ਵੈਲਕਮ ਡੀਅਰ ਸਟੂਡੈਂਟ ਆਪਾਂ ਵਰਕ ਬੁੱਕ ਦੇ 7 ਚੈਪਟਰ ਪਹਿਲੇ ਦੋ ਪਾਰਟਸ ਦੇ ਵਿੱਚ ਪੜ੍ਹ ਆਏ ਹਾਂ। ਅੱਜ ਅਸੀਂ ਲੈਸਨ 8 ਜਰਨੀ ਆਫ ਸੀਡ ਯਾਨੀ ਕਿ ਬੀਜ ਦਾ ਸਫ਼ਰ ਦੇ ਕੁਐਸਚਨ ਆਨਸਰ ਜਿਹੜੇ ਹੈ ਪੜਾਂਗੇ। ਫਰਸਟ ਕੁਐਸਚਨ ਹੈ ਜੀ, ਫਰੋਮ ਵਿਚ ਆਫ ਦ ਫੋਲੋਇੰਗ ਸੀਡਸ ਵੀ ਕੈਨ ਪ੍ਰਿਪੇਅਰ ਫਲੋਰ। ਇਹਨਾਂ ਸੀਡਸ ਦੇ ਵਿੱਚੋਂ ਤੁਸੀਂ ਦੱਸੋਗੇ ਕਿ ਕਿਹਦੇ ਤੋਂ ਆਟਾ ਤਿਆਰ ਹੁੰਦਾ ਹੈ। ਮਸਟਰਡ ਮਤਲਬ ਸਰੋਂ, ਕੋਰੀਐਂਡਰ ਧਨੀਆ, ਵੀਟ ਕਣਕ, ਕਿਊਮਨ ਜੀਰਾ। ਤਾਂ ਫਲੋਰ ਜਿਹੜਾ ਹੈ ਉਹ ਕਿਹਦਾ ਤਿਆਰ ਹੁੰਦਾ ਹੈ ਜੀ, ਵੀਟ ਤੋਂ। ਵੀ ਸੀਡ ਇਜ਼ ਯੂਜ਼ਡ ਐਜ਼ ਸਪਾਈਸ। ਇਹਨਾਂ ਵਿੱਚੋਂ ਦੱਸਣਾ ਹੈ ਕਿਹੜਾ ਸੀਡ ਜਿਹੜਾ ਹੈ ਅਸੀਂ ਮਸਾਲੇ ਵਜੋਂ ਵਰਤਦੇ ਹਾਂ। ਟਰਮਰਿਕ ਹਲਦੀ, ਮਿਲਟ ਬਾਜਰਾ, ਕੌਰਨ ਮੱਕੀ, ਲੈਂਟਲਸ ਮੂੰਗੀ। ਤੇ ਆਪਾਂ ਸਪਾਈਸ ਦੇ ਵਜੋਂ ਜਿਹੜਾ ਹੈ ਟਰਮਰਿਕ ਯਾਨੀ ਕਿ ਹਲਦੀ ਦਾ ਇਸਤੇਮਾਲ ਕਰਦੇ ਹਾਂ। ਫਰੋਮ ਲੀਵਸ ਆਫ ਵਿਚ ਪਲਾਂਟ ਵੀ ਕੈਨ ਗਰੋ ਅਨਦਰ ਪਲਾਂਟ। ਇਹ ਜਿਹੜੇ ਪੱਤੇ ਦਿੱਤੇ ਨੇ ਕਿਸੇ ਪਲਾਂਟਸ ਦੇ ਨਾਮ ਦੱਸੇ ਨੇ ਤੇ ਇਹਨਾਂ ਵਿੱਚੋਂ ਦੱਸੋ ਅਸੀਂ ਕਿਹੜਾ ਪਲਾਂਟ ਜਿਹੜਾ ਹੈ ਉਹਦੇ ਤੋਂ ਲਗਾ ਲੈਂਦੇ ਹਾਂ। ਸਪਿਨਚ, ਪਾਲਕ, ਪੱਥਰ ਚੱਟ, ਰੈਡਿਸ਼, ਕਾਲੀਫਲਾਵਰ, ਮੂਲੀ ਔਰ ਗੋਭੀ। ਸੋ ਪੱਥਰ ਚੱਟ ਦਾ ਇੱਕ ਇਹੋ ਜਿਹਾ ਪਲਾਂਟ ਹੈ ਕਿ ਜਿਹਦੇ ਪੱਤਿਆਂ ਤੋਂ ਆਪਾਂ ਇੱਕ ਨੈਕਸਟ ਜਿਹੜਾ ਹੈ ਪੌਦਾ ਗਰੋ ਕਰ ਸਕਦੇ ਹਾਂ। ਵਿਚ ਪਲਾਂਟ ਇਜ਼ ਗਰੋਨ ਬਾਈ ਗ੍ਰਾਫਟਿੰਗ। ਗ੍ਰਾਫਟਿੰਗ ਦਾ ਮਤਲਬ ਹੁੰਦਾ ਕਲਮ ਲਗਾਉਣਾ। ਤਾਂ ਕਿਹੜਾ ਪਲਾਂਟ ਜਿਹੜਾ ਹੈ ਕਲਮ ਦੇ ਨਾਲ ਲਗਾਇਆ ਜਾ ਸਕਦਾ ਹੈ। ਮੈਰੀਗੋਲਡ ਯਾਨੀ ਕਿ ਗੇਂਦਾ, ਰੋਜ਼, ਗੁਲਾਬ, ਕਾਲੀਫਲਾਵਰ, ਗੋਭੀ, ਪੱਥਰ ਚੱਟ। ਸੋ ਰੋਜ਼ ਇਹੋ ਜਿਹਾ ਪਲਾਂਟ ਹੈ ਜਿਹਦੇ ਤੋਂ ਆਪਾਂ ਕਲਮ ਤੋਂ ਨੈਕਸਟ ਜਿਹੜਾ ਹੈ ਪੌਦਾ ਲਗਾ ਸਕਦੇ ਹਾਂ। ਹਾਊ ਇਜ਼ ਸ਼ੂਗਰ ਕੈਨ ਪਲਾਂਟਡ। ਗੰਨਾ ਕਿਵੇਂ ਉਗਾਇਆ ਜਾਂਦਾ ਹੈ। ਬਾਈ ਸੋਇੰਗ ਸੀਡਸ। ਇਹਦੇ ਬੀਜ ਕੇ। ਫਰੋਮ ਲੀਵਸ ਪੱਤਿਆਂ ਤੋਂ। ਬਾਈ ਸੋਇੰਗ ਸਮਾਲ ਪੀਸਿਸ ਆਫ ਸ਼ੂਗਰ ਕੇਨ। ਗੰਨੇ ਦੇ ਛੋਟੇ ਛੋਟੇ ਪੀਸ ਕੱਟ ਕੇ ਬਾਈ ਇਟਸੈਲਫ। ਸੋ ਜੋ ਗੰਨਾ ਹੈ ਜਿਹੜਾ ਸ਼ੂਗਰ ਕੇਨ ਹੈ ਉਹਦੇ ਜਿਹੜੇ ਪੀਸ ਜਿਹੜੇ ਹੈ ਕੱਟ ਕੇ ਲਗਾਏ ਜਾਂਦੇ ਹਨ। ਫਰੋਮ ਵਿਚ ਸੀਡ ਡੂ ਵੀ ਐਕਸਟ੍ਰੈਕਟ ਆਇਲ। ਇਹਨਾਂ ਜਿਹੜੇ ਸੀਡਸ ਹੈ ਇਹਨਾਂ ਵਿੱਚ ਦੱਸੋ ਕਿ ਕਿਹਦੇ ਤੋਂ ਆਪਾਂ ਤੇਲ ਜਿਹੜਾ ਹੈ ਨਿਕਾਲਦੇ ਹਾਂ। ਵੀਟ, ਕਣਕ, ਮਸਟਰਡ ਸਰੋਂ, ਕੌਰਨ ਮੱਕੀ, ਗ੍ਰਾਮ ਛੋਲੇ। ਸੋ ਮਸਟਰਡ ਯਾਨੀ ਕਿ ਸਰੋਂ ਦੇ ਬੀਜਾਂ ਤੋਂ ਆਪਾਂ ਤੇਲ ਨਿਕਾਲਦੇ ਹਾਂ। ਜਿਹੜਾ ਸਰੋਂ ਦਾ ਤੇਲ ਤੁਸੀਂ ਘਰਾਂ ਵਿੱਚ ਇਸਤੇਮਾਲ ਕਰਦੇ ਹੋ। ਵਾਟ ਡੂ ਵੀ ਕਾਲ ਫਲਾਰ ਆਫ ਗ੍ਰਾਮਸ। ਯਾਨੀ ਕਿ ਛੋਲਿਆਂ ਤੋਂ ਮਿਲਣ ਵਾਲੇ ਆਟੇ ਨੂੰ ਆਪਾਂ ਕੀ ਕਹਿੰਦੇ ਹਾਂ। ਰਿਫਾਈਨਡ ਫਲੋਰ, ਯੈਲੋ ਫਲੋਰ, ਗ੍ਰਾਮ ਫਲੋਰ, ਮਿਸਾ ਫਲੋਰ। ਯਾਨੀ ਕਿ ਛੋਲਿਆਂ ਤੋਂ ਮਿਲਣ ਵਾਲੇ ਆਟੇ ਨੂੰ ਜਾਂ ਅਸੀਂ ਉਸਨੂੰ ਕੀ ਕਹਿੰਦੇ ਹਾਂ, ਬੇਸਨ ਦਾ ਆਟਾ ਕਿਹਾ ਜਾਂਦਾ ਹੈ। When we cut a small stem of rose plant, what do we call it? ਜੇਕਰ ਅਸੀਂ ਇੱਕ ਰੋਜ਼ ਦੇ ਪਲਾਂਟ ਦੀ ਯਾਨੀ ਕਿ ਗੁਲਾਬ ਦੇ ਪੌਦੇ ਦੀ ਇੱਕ ਸਟੈਮ ਕੱਟਦੇ ਹਾਂ ਤਾਂ ਅਸੀਂ ਉਸਨੂੰ ਕੀ ਕਹਿੰਦੇ ਹਾਂ। ਪੀਸ ਯਾਨੀ ਟਵਿਗ, ਸਟੈਮ, ਕਰੰਬਲ ਜਾਂ ਜਿਹਨੂੰ ਕਰੰਬਲ ਵੀ ਤੁਸੀਂ ਪੰਜਾਬੀ ਚ ਬੋਲਦੇ ਹੋ ਤਾਂ ਅਸੀਂ ਉਸਨੂੰ ਬੇਟਾ ਜੀ ਬੋਲਦੇ ਹਾਂ ਟਵਿਗ। ਵਿਚ ਪਲਾਂਟ ਇਜ਼ ਗਰੋਨ ਫਰੋਮ ਇਟਸ ਰੂਟਸ। ਕਿਹੜਾ ਪਲਾਂਟ ਜਿਹੜੀਆਂ ਉਸ ਦੀਆਂ ਜੜ੍ਹਾਂ ਤੋਂ ਲੱਗਦਾ ਹੈ। ਵੀਟ, ਸ਼ੂਗਰ ਕੇਨ, ਸਵੀਟ ਪੋਟੈਟੋ ਔਰ ਰੋਜ਼। ਸੋ ਪਲਾਂਟ ਜਿਹੜਾ ਹੈ ਰੂਟ ਤੋਂ ਨਿਕਲਦਾ ਹੈ ਜੀ ਉਹ ਹੈ ਜੀ ਸਵੀਟ ਪੋਟੈਟੋ, ਸ਼ਕਰਗੰਦੀ। ਵਟ ਡੂ ਵੀ ਪ੍ਰਪੇਅਰ ਫਰੋਮ ਫਲਾਵਰਸ ਆਫ ਰੋਜ਼ ਟੂ ਈਟ। ਜੋ ਰੋਜ਼ ਦੇ ਪੱਤਿਆਂ ਤੋਂ ਫੁੱਲਾਂ ਤੋਂ ਬਣਦਾ ਹੈ ਖਾਣ ਲਈ ਚੀਜ਼ ਉਸਨੂੰ ਕੀ ਕਹਿੰਦੇ ਹਨ। ਸੌਸ, ਜੈਮ, ਗੁਲਕੰਦ, ਸਬਜ਼ੀ। ਸੋ ਜੋ ਗੁਲਾਬ ਦੇ ਪੱਤਿਆਂ ਤੋਂ ਮਿਲ ਕੇ ਬਣਦਾ ਹੈ ਫੁੱਲਾਂ ਦੀਆਂ ਪੱਤੀਆਂ ਤੋਂ ਉਸਨੂੰ ਆਪਾਂ ਕੀ ਕਹਿੰਦੇ ਹਾਂ, ਗੁਲਕੰਦ। ਵਾਈ ਡੂ ਵੀ ਸੀਡਸ ਨੀਡ ਏਅਰ, ਵਾਟਰ, ਸੋਇਲ ਐਂਡ ਸਨਲਾਈਟ। ਸਾਨੂੰ ਜਿਹੜੀ ਹੈ ਹਵਾ, ਪਾਣੀ, ਮਿੱਟੀ ਅਤੇ ਸੂਰਜ ਦੀ ਰੋਸ਼ਨੀ ਦੀ ਜ਼ਰੂਰਤ ਕਿਉਂ ਹੈ। To remain fresh, for nourishment, to remain wet, to grow properly. ਸੋ ਬੀਜਾਂ ਨੂੰ ਹਵਾ, ਪਾਣੀ, ਮਿੱਟੀ ਔਰ ਸਨਲਾਈਟ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਉਹ ਗਰੋ ਜਿਹੜਾ ਹੈ ਪ੍ਰੋਪਰਲੀ ਕਰ ਸਕਣ। ਸਮਟਾਈਮ ਪਲਾਂਟਸ ਗਰੋ ਔਨ ਰੂਫ ਆਫ ਦਾ ਹਾਊਸਿਸ। ਤੁਸੀਂ ਕਈ ਵਾਰ ਦੇਖਿਆ ਹੋਏਗਾ ਕਿ ਘਰ ਦੀਆਂ ਛੱਤਾਂ ਦੇ ਉੱਤੇ ਕੁਝ ਪੌਦੇ ਉੱਗ ਜਾਂਦੇ ਹਨ। ਹਾਊ ਡੂ ਸੀਡਸ ਰੀਚ ਔਨ ਦਾ ਟੌਪ ਆਫ ਰੂਫ। ਉਹ ਪੌਦੇ ਕਿਵੇਂ ਉੱਗਦੇ ਨੇ ਜਾਂ ਉਹਦੇ ਬੀਜ ਛੱਤ ਤੇ ਕਿਵੇਂ ਪਹੁੰਚਦੇ ਹਨ। ਬਾਈ ਸਟਿਕਿੰਗ ਟੂ ਦਾ ਬੋਡੀ ਆਫ ਵਾਈਲਡ ਐਨੀਮਲਸ। ਜੰਗਲੀ ਜਾਨਵਰਾਂ ਦੀ ਬੋਡੀ ਦੇ ਨਾਲ ਚਿਪਕ ਜਾਂਦੇ ਨੇ। ਫਰੋਮ ਲੈਫਟ ਓਵਰ ਫੂਡ ਆਫ ਬਰਡਸ।
ਜਿਹੜੇ ਬਰਡਸ ਖਾਣਾ ਖਾਂਦੇ ਹਨ ਉਹਨਾਂ ਦਾ ਕੁਝ ਹਿੱਸਾ ਜਿਹੜਾ ਹੈ ਡਿੱਗ ਜਾਂਦਾ ਹੈ ਫਰੋਮ ਰੇਨ ਬਾਈ ਫਲੋਇੰਗ ਥਰੂ ਵਾਟਰ। ਕਈ ਵਾਰੀ ਜਿਹੜੇ ਬਰਡਸ ਹੈ ਉਹ ਦਾਣਾ ਚੁੱਕ ਕੇ ਲਿਆਉਂਦੇ ਹਨ ਤਾਂ ਉਹ ਜਦੋਂ ਖਾਂਦੇ ਹਨ ਤਾਂ ਉਹਨਾਂ ਦੇ ਬੀਜ ਉੱਥੇ ਗਿਰ ਜਾਂਦੇ ਹਨ ਤੇ ਉੱਥੇ ਜਿਹੜਾ ਹੈ ਨਵਾਂ ਪੌਦਾ ਉੱਗ ਪੈਂਦਾ ਹੈ। ਸੋ ਇਹ ਸੀ ਤੁਹਾਡਾ ਚੈਪਟਰ ਨੰਬਰ 8। ਨਾउ second chapter is forest and life, lesson number 9, ਜੰਗਲ ਅਤੇ ਜੀਵਨ। ਸਫੇਦਾ is basically tree of which country, यानी कि सफेदा केड़ी कंट्री ਦਾ पौधा पेड़ है? इंडिया, पाकिस्तान, ऑस्ट्रेलिया, बांग्लादेश। आंसर is ऑस्ट्रेलिया। What do we call washing away of top soil of earth? अगर ਧਰਤੀ ਦੀ ਉੱਪਰਲੀ ਲੇਅਰ ਜਿਹੜੀ ਹੈ ਉਹ ਖੁਰ ਜਾਏ ਤਾਂ ਉਸਨੂੰ ਕੀ ਕਹਿੰਦੇ ਹਨ? ਸੋਇਲ ਬ੍ਰੇਕਅਪ, ਸੋਇਲ ਇਰੋਜਨ, ਸੋਇਲ ਇਲੀਜਨ ਔਰ ਸੋਇਲ ਸੋਲੂਸ਼ਨ। ਸੋਇਲ ਬ੍ਰੇਕਅਪ ਦਾ ਮਤਲਬ ਹੈ ਜੀ ਭੂ ਤੋੜ, ਯਾਨੀ ਕਿ ਮਿੱਟੀ ਦੀ ਟੁੱਟਣਾ। ਸੋਇਲ ਇਲੀਜਨ मतलब ਭੂ ਜੋੜ। ਸੋਇਲ ਇਰੋਜਨ मतलब ਭੂ ਖੋਰ। ਸੋਇਲ ਸੋਲੂਸ਼ਨ मतलब ਭੂ ਭੋਰ। ਨੈਕਸਟ ਹੈ ਜੀ ਹਾਊ ਡੂ ਟ੍ਰਾਈਬਲ ਪੀਪਲ ਕੇਅਰ देयर डिजीजेस, ਜਿਹੜੇ ਆਦੀਵਾਸੀ ਦੇ ਲੋਕ ਹੈ ਆਪਣੀਆਂ ਬਿਮਾਰੀਆਂ ਨੂੰ ਕਿਵੇਂ ਠੀਕ ਕਰਦੇ ਹਨ? ਬਾਈ ਹਰਬ ਐਂਡ ਸ਼ਰਬਸ, ਬਾਈ ਮਡ, ਬਾਈ ਵੈਪਨਸ, ਬਾਈ ਮੈਡੀਸਨ। ਵੈਪਨਸ मतलब ਜਿਹੜੇ ਕੀ ਹੈ ਹਥਿਆਰਾਂ ਦੇ ਨਾਲ। ਹਰਬ ਤੇ ਸ਼ਰਬ ਯਾਨੀ ਕਿ ਜੜੀ ਬੂਟੀਆਂ ਦੇ ਨਾਲ ਉਹ ਆਪਣਾ ਜਿਹੜੇ ਜੰਗਲਾਂ ਵਿੱਚ ਰਹਿੰਦੇ ਨੇ ਟ੍ਰਾਈਬਲ ਦੀ ਪੀਪਲ, ਆਦੀਵਾਸੀ ਜਿਨ੍ਹਾਂ ਨੂੰ ਬੋਲਦੇ ਹਨ, ਉਹ ਆਪਣਾ ਜਿਹੜਾ ਇਲਾਜ ਹੈ ਉੱਥੋਂ ਦੀਆਂ ਜੜੀਆਂ ਬੂਟੀਆਂ ਲੈ ਕੇ ਹੀ ਕਰਦੇ ਹਨ। ਵਾਟ ਡੂ ਵੀ ਫਾਈਂਡ ਇਨ ਫੋਰੈਸਟ, ਅਸੀਂ ਜੰਗਲ ਦੇ ਵਿੱਚ ਕੀ ਲੱਭਦੇ ਹਾਂ ਜਾਂ ਜੰਗਲ ਵਿੱਚ ਕੀ ਹੁੰਦੇ ਹਨ? ਡੈਂਸਲੀ ਗਰਾਊਂਡ ਟਰੀਜ਼, ਟ੍ਰਾਈਬਲ ਪੀਪਲ, ਵਾਈਲਡ ਆਰਗੇਨਿਜ਼ਮ, ਆਲ ਅਬਵ। ਤਾਂ ਜੀ ਜੰਗਲ ਦੇ ਵਿੱਚ ਸਾਨੂੰ ਟਰੀ ਵੀ ਸੰਘਣੇ ਮਿਲਣਗੇ, ਆਦੀਵਾਸੀ ਲੋਕੀ ਵੀ ਮਿਲਣਗੇ ਤੇ ਜੰਗਲੀ ਜੀਵ ਜੰਤੂ ਵੀ ਮਿਲਣਗੇ ਤੇ ਇਹਦਾ ਆਨਸਰ ਹੈ ਜੀ ਆਲ ਅਬਵ। ਵਿਚ ਆਫ ਦਾ ਫੋਲੋਇੰਗ ਸਟੇਟਸ ਫੋਰੈਸਟ ਆਰ ਲੈਸ ਇਨ ਬਿਹਾਰ, ਇਹਨਾਂ ਵਿੱਚ ਦੱਸੋ ਕਿਹੜੀ ਸਟੇਟ ਦੇ ਵਿੱਚ ਜਿਹੜੇ ਹੈ ਜੰਗਲ ਜਿਹੜੇ ਹੈ ਉਹ ਘੱਟ ਹਨ? ਆਂਧਰਾ ਪ੍ਰਦੇਸ਼, ਪੰਜਾਬ, ਬਿਹਾਰ, ਅੰਡੇਮਾਨ ਐਂਡ ਨਿਕੋਬਾਰ। ਸੋ ਪੰਜਾਬ ਦੇ ਵਿੱਚ ਜਿਹੜੇ ਜੰਗਲ ਹਨ ਜੀ ਉਹ ਘੱਟ ਹਨ। ਇਨ ਵਿਚ ਸਟੇਟ ਡੂ ਭੀਲ ਆਦੀਵਾਸੀ ਟ੍ਰਾਈਬ ਲਾਈਵ, ਇਹਨਾਂ ਚ ਦੱਸੋ ਕਿ ਭੀਲ ਆਦੀਵਾਸੀ ਜਿਹੜੇ ਲੋਕ ਨੇ ਉਹ ਕਿੱਥੇ ਰਹਿੰਦੇ ਨੇ? ਮਨੀਪੁਰ, ਅਸਮ, ਰਾਜਸਥਾਨ ਔਰ ਮੱਧ ਪ੍ਰਦੇਸ਼। ਭੀਲ ਆਦੀਵਾਸੀ ਜਿਹੜੇ ਟ੍ਰਾਈਬ ਹੈ ਜੀ ਉਹ ਮਿਲਦੇ ਨੇ ਸਾਨੂੰ ਰਾਜਸਥਾਨ ਦੇ ਵਿੱਚ। ਵਾਟ ਡੂ ਟ੍ਰਾਈਬਲ ਪੀਪਲ ਯੂਜ਼ ਫॉर ਹੰਟਿੰਗ, ਤਾਂ ਜਿਹੜੇ ਟ੍ਰਾਈਬਲ ਪੀਪਲ ਹੈ ਆਪਣਾ ਸ਼ਿਕਾਰ ਕਰਨ ਵਾਸਤੇ ਕਿਹਦਾ ਇਸਤੇਮਾਲ ਕਰਦੇ ਹਨ? ਗਨ ਦਾ, ਸਟੋਨ ਦਾ, ਬੋਨਸ ਦਾ, ਕ੍ਰੋਬਾਸ ਐਂਡ ਐਰੋ, ਜਿਹਨੂੰ ਆਪਾਂ ਕੀ ਕਹਿੰਦੇ ਆ ਭਾਲੇ ਅਤੇ ਤੀਰ ਕਮਾਨ। ਸੋ ਉਹ ਇਸਤੇਮਾਲ ਕਰਦੇ ਹਨ ਕ੍ਰੋਬਾਸ ਐਂਡ ਐਰੋਜ਼। ਇਨ ਵਾਟ ਥਿੰਗਸ ਡੂ ਦਾ ਟ੍ਰਾਈਬਲ ਪੀਪਲ ਟ੍ਰੇਡ, ਜਿਹੜੇ ਜੰਗਲਾਂ ਦੇ ਵਿੱਚ ਲੋਕ ਰਹਿੰਦੇ ਹਨ ਆਦੀਵਾਸੀ ਉਹ ਕਿਹਦਾ ਕੰਮ ਕਰਦੇ ਹਨ? ਫਰਨੀਚਰ ਆਫ ਬੈਂਬੂ, ਸੀਡ, ਨਟ, ਗਮਸ ਐਂਡ ਹਨੀ ਐਟਸੈਟਰਾ। ਪੱਤਲਸ ਮੇਡ ਫਰੋਮ ਲੀਵਸ, ਪੱਤਲ ਬਣਾਉਂਦੇ ਨੇ ਜਿਹੜੇ ਕਿ ਤੁਸੀਂ ਲੰਗਰ ਦੇ ਵਿੱਚ ਖਾਣ ਵਾਲੇ ਪਲੇਟਾਂ ਮਿਲਦੀਆਂ ਨੇ ਉਹ ਪੱਤਿਆਂ ਤੋਂ ਬਣੀਆਂ ਹੁੰਦੀਆਂ ਹਨ। ਆਲ ਅਬਵ। ਸੋ ਇਹ ਸਾਰੇ ਹੀ ਕੰਮ ਕਰਦੇ ਨੇ। ਇੱਥੇ ਆਨਸਰ ਆ ਜਾਏਗਾ ਜੀ ਆਲ ਅਬਵ। ਇਨ ਵਿਚ ਸਟੇਟ ਵਿਲ ਯੂ ਮੈਚ ਬੋਡੋਜ਼ ਟ੍ਰਾਈਬ, ਹਾਂਜੀ ਜਿਹੜੀ ਬੋਡੋਜ਼ ਹੈ ਉਹ ਜੀ ਹੈ ਤੇ ਅਸਮ ਦੇ ਵਿੱਚ। ਨੈਕਸਟ ਹੈ ਵਾਈ ਆਰ ਦਾ ਹੈਬਿਟਸ ਆਫ ਵਾਈਲਡ ਐਨੀਮਲਸ ਬੀਇੰਗ ਡਿਸਟ੍ਰਿਕਟਡ, ਕਿਉਂ ਜਿਹੜੇ ਜੰਗਲੀ ਜੀਵਨ ਦੇ ਨਿਵਾਸ ਸਥਾਨ ਜਿਹੜੇ ਆ ਖਤਮ ਹੋਈ ਜਾ ਰਹੇ ਆ? ਡਿਊ ਟੂ ਚੇਂਜ ਇਨ ਕਲਾਈਮੇਟ, ਡਿਊ ਟੂ ਹੰਟਿੰਗ ਬਾਈ ਹਿਊਮਨਸ, ਡਿਊ ਟੂ ਕਟਿੰਗ ਆਫ ਟਰੀਜ਼, ਡਿਊ ਟੂ ਕੀਪਿੰਗ ਦਾ ਵਾਈਲਡ ਐਨੀਮਲਸ ਇਨ ਆਰ ਹੋਮ। ਜਿਹੜੇ ਜੰਗਲ ਹੈ ਉਹ ਕੱਟੇ ਜਾ ਰਹੇ ਨੇ ਸੋ ਇਸ ਕਰਕੇ ਜਿਹੜੇ ਆ ਵਾਈਲਡ ਐਨੀਮਲਸ ਜਿਹੜੇ ਨੇ ਉਹ ਜਿਹੜੇ ਆ ਖਤਮ ਹੋ ਰਹੇ ਨੇ। ਸੋ ਡਿਊ ਟੂ ਕਟਿੰਗ ਆਫ ਟਰੀਜ਼। What can be the reason behind the climatic change of an area? ਕਿਸੇ ਵੀ ਰੀਜਨ ਦਾ ਯਾਨੀ ਕਿ ਕਿਸੇ ਵੀ ਏਰੀਆ ਦਾ ਉਹਦੇ ਸਥਾਨ ਦੇ ਤਾਪਮਾਨ ਦੇ ਵਿੱਚ ਜਿਹੜੀ ਹੈ ਤਬਦੀਲੀ ਆ ਰਹੀ ਹੈ ਉਹਦਾ ਕੀ ਕਾਰਨ ਹੋ ਸਕਦਾ ਹੈ? Deforestation, change in water cycle, both, none of these. So ਇੱਕ ਤਾਂ deforestation ਜਿਹੜੀ ਹੈ ਆਪਾਂ ਜੰਗਲ ਕੱਟ ਰਹੇ ਹਾਂ ਤੇ ਜੰਗਲ ਕੱਟਣ ਦੇ ਨਾਲ ਕੀ ਹੋ ਰਿਹਾ ਹੈ? ਸਾਰੀ ਡਿਸਟਰਬੈਂਸ ਹੋ ਰਹੀ ਹੈ ਔਰ ਉਹਦੇ ਨਾਲ ਹੀ ਜਿਹੜੇ ਹੈ
ਉੱਥੋਂ ਦਾ ਤਾਪਮਾਨ ਹੈ ਉਹ ਬਦਲ ਰਿਹਾ ਹੈ। ਅਬਾਊਟ what percentage of earth's vegetation and animals live and grow in the forest? ਕਿੰਨੇ ਜਿਹੜੀ ਪਰਸੈਂਟੇਜ ਹੈ ਜਿਹੜੀ ਕਿ ਜੀਵ ਅਤੇ ਜੰਤੂ ਕਿੰਨੇ ਪ੍ਰਤੀਸ਼ਤ ਪੌਦੇ ਅਤੇ ਜੰਗਲਾਂ ਵਿੱਚ ਹੀ ਵੱਧਦੇ ਫੁੱਲਦੇ ਹਨ? ਉਹ ਹੈ ਜੀ 70%। Next ਹੈ lesson 10 storage and preservation of food। ਯਾਨੀ ਕਿ ਖਾਦ ਪਦਾਰਥਾਂ ਦੀ ਜਿਹੜੀ ਆਪਾਂ ਸਾਂਭ ਸੰਭਾਲ ਹੈ ਉਹ ਕਿਸ ਤਰ੍ਹਾਂ ਕਰਦੇ ਹਾਂ। How will you identify the decayed food? ਤੁਸੀਂ ਕਿਸ ਤਰ੍ਹਾਂ ਪਤਾ ਲਗਾਓਗੇ ਕਿ ਜਿਹੜਾ ਤੁਹਾਡਾ ਫੂਡ ਹੈ ਉਹ ਖਰਾਬ ਹੋ ਗਿਆ? By seeing, ਦੇਖਣ ਨਾਲ, by touching, ਛੂਹਣ ਨਾਲ, by smelling, ਸੁੰਘਣ ਦੇ ਨਾਲ, all above। ਸਾਨੂੰ ਜਿਹੜਾ ਖਾਣੇ ਦਾ ਪਤਾ ਚੱਲ ਜਾਂਦਾ, ਦੇਖ ਕੇ ਪਤਾ ਚੱਲ ਜਾਂਦਾ ਵੀ ਇਹ ਖਰਾਬ ਹੋ ਗਿਆ ਹੈ, ਤੇ ਸੁਣ ਕੇ ਵੀ ਪਤਾ ਚੱਲ ਜਾਂਦਾ ਹੈ ਤੇ ਛੂਹ ਕੇ ਵੀ ਪਤਾ ਚੱਲ ਜਾਂਦਾ, ਕਿਉਂਕਿ ਉਹਦੇ ਵਿੱਚ ਕਈ ਵਾਰੀ ਲੇਸ ਜਿਹੜੀ ਹੈ ਪੈਦਾ ਹੋ ਜਾਂਦੀ ਹੈ, ਉਹ ਟੱਚ ਕਰਕੇ ਪਤਾ ਚੱਲ ਜਾਂਦੀ ਹੈ। ਸੋ ਆਂਸਰ ਇਜ਼ all above। What changes will happen in bread if we leave it for many days? ਬ੍ਰੈਡ ਦੇ ਉੱਤੇ ਕਿਹੜੀ ਚੇਂਜ ਆ ਜਾਏਗੀ ਅਗਰ ਜੇ ਇਹ ਬਹੁਤ ਦਿਨਾਂ ਦੀ ਪਈ ਹੋਵੇ? It will become sweet, ਮਿੱਠੀ ਹੋ ਜਾਏਗੀ। Mold will grow in on it, ਉੱਲੀ ਲੱਗ ਕੇ ਖਰਾਬ ਹੋ ਜਾਏਗੀ। Will come tasty in eating, ਖਾਣ ਵਿੱਚ ਸਵਾਦੀ ਹੋ ਜਾਏਗੀ। No changes will happen, ਕੋਈ ਚੇਂਜ ਨਹੀਂ ਆਏਗੀ। ਸਭ ਬੇਟਾ ਜੀ ਉਹਦੇ ਤੇ ਜਿਹੜੀ ਹੈ ਉੱਲੀ ਲੱਗ ਜਾਂਦੀ ਹੈ। Which food item out of the following will decay soon? ਇਹਨਾਂ ਵਿੱਚੋਂ ਦੱਸੋ ਕਿਹੜੀ ਚੀਜ਼ ਜਿਹੜੀ ਹੈ ਉਹ ਜਲਦੀ ਖਰਾਬ ਹੋ ਜਾਏਗੀ? Wheat, ਕਣਕ, sweets ਮਠਿਆਈਆਂ, pulses ਦਾਲਾਂ, ਰਾਈਸ ਚਾਵਲ। ਸੋ ਇਹਨਾਂ ਵਿੱਚੋਂ ਸਭ ਤੋਂ ਜਲਦੀ ਖਰਾਬ ਹੋਣ ਵਾਲੀ ਚੀਜ਼ ਹੈ ਜੀ ਮਠਿਆਈ, ਸਵੀਟਸ। ਤਾਂ ਹੀ ਸਵੀਟਸ ਨੂੰ ਆਪਾਂ ਜਿੰਨੇ ਦਿਨ ਵੀ ਰੱਖਣਾ ਹੈ ਉਹ ਫ੍ਰਿਜ ਵਿੱਚ ਰੱਖਦੇ ਹਾਂ। Which food item out of the following will not decay soon? ਇਹਨਾਂ ਚੋਂ ਦੱਸੋ ਕਿਹੜੀ ਚੀਜ਼ ਜਿਹੜੀ ਹੈ ਜਲਦੀ ਖਰਾਬ ਨਹੀਂ ਹੋਏਗੀ? ਕਰਡ ਮਤਲਬ ਦਹੀਂ, ਬ੍ਰੈਡ, ਕੌਰਨ ਮੱਕੀ, ਗ੍ਰੀਨ ਵੈਜੀਟੇਬਲ। ਤਾਂ ਇਹਨਾਂ ਵਿੱਚੋਂ ਜਿਹੜੀ ਚੀਜ਼ ਨਹੀਂ ਜਲਦੀ ਖਰਾਬ ਹੋਏਗੀ ਉਹ ਹੈ ਜੀ ਕੌਰਨ ਮੱਕੀ। Which equipment out of following will you use to save green vegetables from being decayed? ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਤੁਸੀਂ ਇਸਤੇਮਾਲ ਕਰੋਗੇ ਕਿ ਜਿਹਦੇ ਨਾਲ ਜਿਹੜੀਆਂ ਅਸੀਂ ਗ੍ਰੀਨ ਵੈਜੀਟੇਬਲ ਹਰੀਆਂ ਸਬਜ਼ੀਆਂ ਖਰਾਬ ਹੋਣ ਤੋਂ ਬਚਾ ਸਕੀਏ? ਰੈਫ੍ਰਿਜਰੇਟਰ, ਫ੍ਰਿਜ ਦੇ ਵਿੱਚ, ਹੀਟਰ, ਮਾਈਕ੍ਰੋਵੇਵ ਤੇ ਪ੍ਰੈਸ। ਤਾਂ ਅਸੀਂ ਉਹਨਾਂ ਨੂੰ ਫ੍ਰਿਜ ਵਿੱਚ ਰੱਖ ਕੇ ਗ੍ਰੀਨ ਵੈਜੀਟੇਬਲਸ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹਾਂ। If you want to drink the milk you bought in the evening, how can you save it from being spoiled? ਅਗਰ ਤੁਸੀਂ ਸਵੇਰ ਦਾ ਲਿਆਂਦਾ ਹੋਇਆ ਦੁੱਧ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਇਸੇ ਕਿਵੇਂ ਸੇਵ ਕਰਕੇ ਰੱਖ ਸਕਦੇ ਹੋ? ਬਾਈ ਐਡਿੰਗ ਸਾਲਟ, ਨਮਕ ਪਾ ਕੇ, ਬਾਈ ਬੋਇਲਿੰਗ, ਉਬਾਲਾ ਦਵਾ ਕੇ, ਬਾਈ ਐਡਿੰਗ ਸੈਫਰਨ, ਕੇਸਰ ਪਾ ਕੇ, ਬਾਈ ਐਡਿੰਗ ਸ਼ੂਗਰ। ਤਾਂ ਅਸੀਂ ਇਹਨੂੰ ਬੋਇਲ ਕਰਕੇ ਜਿਹੜੇ ਆ ਸੇਵ ਕਰ ਸਕਦੇ ਹਾਂ। ਤਾਂ ਹੀ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਦੁੱਧ ਆਉਂਦਾ ਹੈ ਘਰ ਦੇ ਵਿੱਚ ਤਾਂ ਉਸਨੂੰ ਪਹਿਲਾਂ ਬੋਇਲ ਕੀਤਾ ਜਾਂਦਾ ਹੈ। ਨੈਕਸਟ ਹੈ ਜੀ ਹਾਊ ਡੂ ਵੀ ਪ੍ਰੀਪੇਅਰ ਸ਼ੂਗਰ ਸਿਰਪ। ਜਿਹੜੀ ਸ਼ੂਗਰ ਦੀ ਚਾਸ਼ਨੀ ਆਪਾਂ ਕਿਵੇਂ ਤਿਆਰ ਕਰ ਸਕਦੇ ਹਾਂ? ਬਾਈ ਮਿਕਸਿੰਗ ਸ਼ੂਗਰ ਇਨ ਵਾਟਰ, ਬਾਈ ਮਿਕਸਿੰਗ ਸਾਲਟ ਇਨ ਵਾਟਰ, ਬਾਈ ਮਿਕਸਿੰਗ ਲੈਮਨ ਇਨ ਵਾਟਰ ਯਾਨੀ ਕਿ ਪਾਣੀ ਦੇ ਵਿੱਚ ਨਿੰਬੂ ਪਾ ਕੇ, ਬਾਈ ਮਿਕਸਿੰਗ ਹਨੀ ਇਨ ਵਾਟਰ। ਤਾਂ ਆਪਾਂ ਸ਼ੂਗਰ ਸਿਰਪ ਜਿਹੜਾ ਹੈ ਪਾਣੀ ਦੇ ਵਿੱਚ ਮਿਕਸ ਕਰਕੇ ਬਣਾ ਸਕਦੇ ਹਾਂ। What will you do to preserve fruits for a long time? ਤੁਸੀਂ ਫਰੂਟਸ ਨੂੰ ਲੰਬੇ ਸਮੇਂ ਤੋਂ ਬਚਾ ਕੇ ਰੱਖਣ ਲਈ ਕੀ ਕਰੋਗੇ? By heating the fruits, by applying salt on fruits, by keeping fruits in sugar syrup, by keeping the fruits chopped। ਤਾਂ ਅਗਰ ਅਸੀਂ ਫਰੂਟਸ ਨੂੰ ਲੰਬੇ ਸਮੇਂ ਲਈ ਬਚਾਉਣਾ ਹੋਵੇ ਤਾਂ ਅਸੀਂ ਉਹਨੂੰ ਸ਼ੂਗਰ ਸਿਰਪ ਦੇ ਵਿੱਚ ਯਾਨੀ ਕਿ ਉਹਨਾਂ ਦੇ ਮੁਰੱਬੇ ਬਣਾ ਕੇ ਮਿੱਠਾ ਬਣਾ ਕੇ ਅਸੀਂ ਉਸਨੂੰ ਸੰਭਾਲ ਸਕਦੇ ਹਾਂ। ਹਾਊ ਕੈਨ ਵੀ ਪ੍ਰੀਜ਼ਰਵ ਡਿਫਰੈਂਟ ਫਰੂਟਸ ਐਂਡ ਵੈਜੀਟੇਬਲਸ। ਅਸੀਂ ਡਿਫਰੈਂਟ ਫਰੂਟਸ ਤੇ ਵੈਜੀਟੇਬਲਸ ਨੂੰ ਕਿਵੇਂ ਪ੍ਰੀਜ਼ਰਵ ਕਰ ਸਕਦੇ ਹਾਂ? ਵੀ ਕੈਨ ਵਾਰਮ them ਗਰਮ ਕਰਕੇ, ਵੀ ਕੈਨ ਮੇਕ ਪਿਕਲ ਆਫ them ਉਹਨਾਂ ਦਾ ਅਚਾਰ ਪਾ ਕੇ, ਵੀ ਕੈਨ them in kept them in refrigerator ਫ੍ਰਿਜ 'ਚ ਰੱਖ ਕੇ, ਵੀ ਕੈਨ ਅਪਲਾਈ ਟਰਮਰਿਕ on them ਉਹਨਾਂ ਤੇ ਹਲਦੀ ਪਾ ਕੇ। ਸੋ ਫਰੂਟਸ ਤੇ ਵੈਜੀਟੇਬਲਸ ਨੂੰ ਆਪਾਂ ਅਚਾਰ ਪਾ ਕੇ ਸੰਭਾਲ ਸਕਦੇ ਹਾਂ। Can food get saved from decaying for many days because ਜਿਹੜਾ ਡੱਬਾਬੰਦ ਭੋਜਨ ਆਉਂਦਾ ਹੈ ਕੇਨ ਫੂਡ ਜਿਹਨੂੰ ਬੋਲਦੇ ਹਾਂ ਆਪਾਂ ਉਹ ਕਾਫੀ ਦਿਨਾਂ ਤੋਂ ਖਰਾਬ ਹੋਣ ਤੋਂ ਬਚ ਸਕਦਾ ਹੈ ਕਿਉਂਕਿ many microbes grow inside it can preserve the food from decaying. Microbes do not
grow in it. Temperature remains stable in can. ਉਹਦੇ ਵਿੱਚ ਜਿਹੜੇ ਆ ਮਾਈਕਰੋਬਸ ਹੈ ਉਹ ਗਰੋ ਨਹੀਂ ਕਰਦੇ, ਇਸ ਕਰਕੇ ਉਹ ਖਰਾਬ ਹੋਣ ਤੋਂ ਬਚ ਜਾਂਦਾ ਹੈ। Which food item can be preserved from decaying from many days by drying? ਕਿਹੜੀ ਫੂਡ ਆਈਟਮ ਹੈ ਜਿਹੜੀ ਇਸ ਨੂੰ ਬਹੁਤ ਦਿਨਾਂ ਤੱਕ ਸੰਭਾਲ ਕੇ ਰੱਖ ਸਕਦੇ ਹਾਂ ਸੁਕਾ ਕੇ? ਫੈਨਿਗਰੀਕ ਐਂਡ ਐਪਲ, ਕੋਰੀਐਂਡਰ ਐਂਡ ਫਿਗ, ਧਨੀਆ ਅਤੇ ਅੰਜੀਰ, ਜਿੰਜਰ ਐਂਡ ਆਮਲਾ, all of these. ਸੋ ਕਿਹੜੀਆਂ ਫੂਡ ਆਈਟਮਸ ਹੈ ਜੀ, ਇਹਨਾਂ ਵਿੱਚੋਂ ਸਾਰੀਆਂ ਹੀ ਆਈਟਮ ਜਿਹੜੀਆਂ ਨੇ ਉਹ ਸੁਕਾ ਕੇ ਅਸੀਂ ਸੰਭਾਲ ਸਕਦੇ ਹਾਂ, all of these. Next है जी, Raman goes to buy canned pickle from market. Expiry date written on the can is 31st August, 8वां महीना, ठीक है। But should Raman buy this can today on 15 September? September बेटा जी 9th month ਹੁੰਦਾ है। एक्सपायरी डेट ਉਹਦੀ 31 ਅਗਸਤ ਹੈ, ਤਾਂ ਉਹ ਖਰਾਬ ਹੋ ਚੁੱਕਾ, ਕਿ ਉਸਨੂੰ ਖਰੀਦਣਾ ਚਾਹੀਦਾ ਹੈ? ਇਹਦਾ ਆਨਸਰ ਹੈ ਜੀ ਨੋ। ਇਹ ਸੀ ਬੇਟਾ ਜੀ ਤੁਹਾਡੇ 3 ਲੈਸਨ। ਨੈਕਸਟ ਲੈਸਨ ਆਪਾਂ ਅਗਲੀ ਵੀਡੀਓ ਦੇ ਵਿੱਚ ਪੜਾਂਗੇ। ਥੈਂਕ ਯੂ।